ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਕਿਰਪਾ ਸ਼ਬਦ ਇੱਕ ਐਸਾ ਸ਼ਬਦ ਹੈ ਜਿਸ ਸ਼ਬਦ ਦੇ ਅੱਗੇ ਅਰਦਾਸ ਦਾ ਮੂਲ ਭਾਵ ਛੁਪਿਆ ਹੁੰਦਾ ਹੈ। ਸੋ ਕਿਰਪਾ ਇਹ ਪਰਮੇਸ਼ਰ ਦੀ ਸਭ ਤੋਂ ਵੱਡੀ ਨਜ਼ਰ ਹੈ, ਸਭ ਤੋਂ ਵੱਡੀ ਵਾਹਿਗੁਰੂ ਦੀ ਮਿਹਰ ਹੈ। ਲੇਕਿਨ ਜਦ ਇਹ ਮਿਹਰ ਉਸ ਸਾਧਕ ਦੇ ਉੱਤੇ ਆਉਣ ਦਾ ਸਮਾਂ ਆਉਂਦਾ ਹੈ ਤਾਂ ਫਿਰ ਉਹ ਸਾਧਕ ਦੇ ਸਰੀਰ ਦੀ ਕਿਹੋ ਜਿਹੀ ਅਵਸਥਾ ਬਣ ਜਾਂਦੀ ਹੈ, ਕਿਹੋ ਜਿਹੀਆਂ ਸਰੀਰ ਦੇ ਉੱਤੇ ਨਿਸ਼ਾਨੀਆਂ ਪ੍ਰਗਟ ਹੋਣ ਲੱਗ ਪੈਂਦੀਆਂ। ਹਰੇਕ ਦੇ ਆਪੋ ਆਪਣੇ ਅਨੁਭਵ ਜਿਹੜੇ ਆ ਉਹ ਅਲੱਗ-ਅਲੱਗ ਹੈ। ਲੇਕਿਨ ਕਮਾਲ ਹੈ ਕਿ ਸਾਰਿਆਂ ਦੇ ਵਿੱਚ ਇੱਕ ਚੀਜ਼ ਸਾਂਝੀ ਹੈ, ਉਹ ਹੈ ਰਸ ਆਨੰਦ। ਸੋ ਐਸਾ ਰਸ, ਐਸਾ ਆਨੰਦ, ਐਸਾ ਦੁਰਲਭ ਜੋ ਸਵਾਦ ਹੈ, ਜਿਹਨੂੰ ਗੁਰਬਾਣੀ ਨੇ ਕਹਿਤਾ ਹੈਗਾ ਕਿ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਪੂਜਸ ਤੁਧ। ਉਸ ਰਸ ਦੇ ਬਰਾਬਰ ਦੂਸਰਾ ਰਸ ਨਹੀਂ ਹੈ। ਸੋ ਦਾਸ ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਇੱਕ ਮਹਾਤਮਾ ਦਾ ਆਪਣਾ ਤਜਰਬਾ ਉਹ ਦੱਸਦੇ ਸੀ ਕਿ ਅਸੀਂ 2 ਸਾਲ ਤੋਂ ਗੰਗਾ ਦੇ ਘਾਟ ਦੇ ਉੱਤੇ ਉਹਨਾਂ ਸਮਿਆਂ ਦੇ ਵਿੱਚ ਸਿਮਰਨ ਕਰਦੇ ਹੁੰਦੇ ਸੀ। ਪਰ ਜਿਨ੍ਹਾਂ ਮਹਾਂਪੁਰਖਾਂ ਦੀ ਨਿਗਰਾਨੀ ਦੇ ਹੇਠ ਅਸੀਂ ਸਿਮਰਨ ਕਰਦੇ ਹੁੰਦੇ ਸੀ, ਕਹਿੰਦੇ ਉਹਨਾਂ ਨੇ ਉੱਥੇ ਇੱਕ ਨਿਯਮ ਬਣਾਇਆ ਹੁੰਦਾ ਸੀ। ਉਹ ਨਿਯਮ ਇਹ ਹੁੰਦਾ ਸੀਗਾ ਕਿ ਸਿਰਫ ਇੱਕ ਟਾਈਮ 8 ਪਹਿਰਾਂ ਦੇ ਵਿੱਚ 2 ਪ੍ਰਸ਼ਾਦੇ ਅਤੇ ਨਾਲ ਹਰ ਦੀ ਦਾਲ, ਬਸ ਇਹ ਹੀ ਖਾਣ ਨੂੰ ਦਿੱਤਾ ਜਾਂਦਾ ਸੀਗਾ। ਅਸੀਂ ਕਹਿੰਦੇ ਉੱਥੇ ਹੈ ਨਾ 2 ਸਾਲ ਅਖੰਡ ਸਾਧਨਾ ਕੀਤੀ ਉਸ ਗੰਗਾ ਦੇ ਘਾਟ ਦੇ ਉੱਪਰ, ਅਖੰਡ ਸਾਧਨਾ ਕੀਤੀ। ਪਰ 2 ਸਾਲ ਇੰਨੀ ਸਾਧਨਾ ਕਰਨ ਦੇ ਬਾਵਜੂਦ ਵੀ ਕਹਿੰਦੇ ਸਾਡੀ ਜਿਹੜੀ ਕੋਈ ਹਾਲਤ ਸੀ, ਪਰਮੇਸ਼ਰ ਨੂੰ ਮਿਲਣ ਦੀ ਇੱਛਾ ਚਾਹਤ ਸੀਗੀ, ਉਹ ਜਿਉਂ ਦੀ ਤਿਉਂ ਹੀ ਰਹੀ ਆ। ਭਾਵ ਕੀ ਹੈ ਕਿ 2 ਸਾਲ ਪੂਰੀ ਸਖਤ ਮਿਹਨਤ ਕਰਨ ਦੇ ਨਾਲ, ਨਾਮ ਜਪਣ ਦੇ ਨਾਲ ਕਹਿੰਦੇ ਕੁਛ ਸਾਡੇ ਉੱਤੇ ਤਬਦੀਲੀ ਨਹੀਂ ਹੋਈ। ਜਿਵੇਂ ਕਹਿ ਲਓ ਕਿ ਵਾਹਿਗੁਰੂ ਦੀ ਜਿਹੜੀ ਮਿਹਰ ਦੀ ਨਜ਼ਰ ਅਸੀਂ ਸੁਣਦੇ ਹੁੰਦੇ ਸੀ, ਕਹਿੰਦੇ ਉਹ ਸਾਨੂੰ ਨਹੀਂ ਹੋਈ। ਪਰ ਕਹਿੰਦੇ ਅਸੀਂ ਮਿਹਨਤ ਕਰਦੇ ਕਰਦੇ ਇੱਕ ਦਿਨ ਮਨ ਸਾਡਾ ਚਾਟ ਹੋਇਆ। ਉਸ ਚਾਟ ਮਨ 'ਚ ਅਸੀਂ ਸੋਚਿਆ ਕਿ 2 ਸਾਲ ਅਸੀਂ ਇੱਥੇ ਬੈਠੇ ਹਾਂ, 2 ਸਾਲ ਇੰਨਾ ਹੱਠ ਸਾਧਨ ਕੀਤਾ, ਲੇਕਿਨ ਕੋਈ ਕਿਰਪਾ ਦੀ ਨਿਸ਼ਾਨੀ ਸਾਡੇ ਅੰਦਰ ਪ੍ਰਗਟ ਨਹੀਂ ਹੋਈ। ਪਰ ਕਹਿੰਦੇ ਉਦਣ ਹੀ ਅਚਨਚੇਤ ਅਸੀਂ ਇਸ ਤਰ੍ਹਾਂ ਬੈਠੇ ਸੀਗੇ ਕਿ ਅਸੀਂ ਕੀ ਦੇਖਿਆ ਹੈ ਕਿ ਜਿਹੜੀ ਗੰਗਾ ਦੀ ਲਹਿਰ ਹੈ, ਗੰਗਾ ਦੀ ਲਹਿਰ ਦੇ ਵਿੱਚੋਂ ਇੱਕ ਮਹਾਤਮਾ ਪ੍ਰਗਟ ਹੋਏ। ਜਿਉਂ ਹੀ ਕਹਿੰਦੇ ਮਹਾਤਮਾ ਪ੍ਰਗਟ ਹੋਏ ਅਤੇ ਉਹਨਾਂ ਦੇ ਸਰੀਰ ਦੇ ਵਿੱਚੋਂ ਬਹੁਤ ਹੀ ਦਿਵਯ ਸੁਗੰਧੀ ਜਿਹੜੀ ਆ ਉਹ ਕਹਿੰਦੇ ਹਵਾ ਦੇ ਵਿੱਚ ਪੈਦਾ ਹੋ ਗਈ। ਅਤੇ ਹਵਾ 'ਚ ਪੈਦਾ ਹੋਈ ਐਸੀ ਦਿਵਯ ਸੁਗੰਧੀ ਅਸੀਂ ਕਹਿੰਦੇ ਜ਼ਿੰਦਗੀ 'ਚ ਅੱਜ ਤੱਕ ਨਹੀਂ ਦੇਖੀ। ਪਰ ਅਸੀਂ ਇੰਨਾ ਮਹਿਸੂਸ ਕੀਤਾ ਕਿ ਉਸ ਸੁਗੰਧੀ ਦੇ ਨਾਲ ਸਾਡਾ ਜਿਹੜਾ ਸਰੀਰ ਸੀ, ਤਨ ਮਨ ਸਾਰਾ ਸੁਗੰਧਿਤ ਹੋ ਗਿਆ। ਅਤੇ ਸਾਨੂੰ ਇਸ ਤਰ੍ਹਾਂ ਅਨੁਭਵ ਹੋਇਆ ਕਿ ਜਿਵੇਂ ਪੂਰੇ ਬ੍ਰਹਿਮੰਡ ਦੇ ਅੰਦਰ ਉਸ ਮਹਾਤਮਾ ਦੀ ਆਤਮਾ ਦੇ ਵਿੱਚੋਂ ਸੁਗੰਧੀ ਪੂਰੇ ਬ੍ਰਹਿਮੰਡ 'ਚ ਫੈਲ ਗਈ ਹੋਵੇ। ਕਹਿੰਦੇ ਉਹ ਫਿਰ ਮਹਾਤਮਾ ਜਿਹੜੇ ਸੀਗੇ ਉਹ ਆਹਿਸਤਾ ਆਹਿਸਤਾ ਸਾਡੇ ਵੱਲ ਆਉਣ ਲੱਗੇ। ਪਰ ਅਸੀਂ ਕਹਿੰਦੇ ਇਸ ਤਰ੍ਹਾਂ ਉਹਨਾਂ ਨੂੰ ਬੈਠੇ ਦੇਖਦੇ ਹਾਂ, ਪਰ ਉਸ ਟਾਈਮ ਸਾਡਾ ਸਰੀਰ ਬਿਲਕੁਲ ਜੜ ਹੋ ਗਿਆ ਸੀਗਾ। ਚੇਤਨ ਸੱਤਾ ਪੂਰੀ ਸੀ, ਸਰੀਰ ਜੜ ਹੋ ਗਿਆ ਸੀ, ਨਾ ਸਰੀਰ ਹਿਲਦਾ ਸੀ ਨਾ ਜੁਲਦਾ ਸੀਗਾ, ਜਿਉਂ ਕਹਿ ਲਓ ਕਿ ਇੱਕ ਗੋਲੇ ਦਾ ਰੂਪ ਧਾਰਨ ਕਰ ਗਿਆ। ਉਸ ਤੋਂ ਬਾਅਦ ਕਹਿੰਦੇ ਉਹ ਮਹਾਤਮਾ ਜਦ ਜਿਉਂ ਸਾਡੇ ਨਜ਼ਦੀਕ ਆਏ, ਤਿਉਂ ਤੋਂ ਕਹਿੰਦੇ ਸਾਡੇ ਅੰਦਰ ਰਸ ਅਤੇ ਆਨੰਦ ਦੀਆਂ ਝਰਨਾਟਾਂ ਦਾ ਬੜਾ ਭਰਮਾਰ ਹੋਇਆ। ਉਸ ਤੋਂ ਬਾਅਦ ਉਸ ਮਹਾਤਮਾ ਨੇ ਸਾਡੇ ਪਾਸ ਆਉਂਦਿਆਂ ਸਾਰੇ ਸਾਡੇ ਸਿਰ 'ਤੇ ਬੜਾ ਮਿਹਰ ਭਰਿਆ ਹੱਥ ਰੱਖਿਆ ਅਤੇ ਇੱਕ ਕੰਨਾਂ ਦੇ ਕੋਲ ਇੱਕ ਸ਼ਬਦ ਬੋਲਿਆ। ਬਸ ਉਸ ਸ਼ਬਦ ਦੀ ਗੂੰਜ ਕਹਿੰਦੇ ਐਸੀ ਸਾਨੂੰ ਸੁਣਾਈ ਦਿੱਤੀ ਕਿ ਉਸ ਤੋਂ ਬਾਅਦ ਉਹ ਮਹਾਤਮਾ ਫਿਰ ਉੱਥੋਂ ਵਾਪਸ ਉਸੇ ਹੀ ਗੰਗਾ ਘਾਟ ਵੱਲ ਚਲੇ ਗਏ ਜਿੱਥੋਂ ਪ੍ਰਗਟ ਹੋਏ ਸੀ। ਉੱਥੋਂ ਫਿਰ ਦ੍ਰਿਸ਼ ਲੋਪ ਹੋ ਗਿਆ। ਤਕਰੀਬਨ ਇਹ ਜਿਹੜਾ ਦ੍ਰਿਸ਼ ਸੀਗਾ ਸਾਰਾ, ਇਹ ਮਹਾਂਪੁਰਖ ਦੱਸਦੇ ਸੀਗੇ ਕਿ ਤਕਰੀਬਨ 10 ਮਿੰਟ ਇਹ ਦ੍ਰਿਸ਼ ਜਿਹੜਾ ਸੀਗਾ ਜਿਉਂਦੇ ਤਿਉਂ ਰਿਹਾ। 10-15 ਮਿੰਟ ਤੋਂ ਬਾਅਦ ਇਹ ਦ੍ਰਿਸ਼ ਜਿਹੜਾ ਸੀਗਾ ਇਹ ਲੋਪ ਹੋ ਗਿਆ। ਪਰ ਉਸ ਤੋਂ ਬਾਅਦ ਸਾਡਾ ਸਰੀਰ ਜਿਹੜਾ ਜੜ ਹੋ ਗਿਆ ਸੀਗਾ, ਇਹ ਹੌਲੀ ਹੌਲੀ ਜਿਹੜਾ ਸੀਗਾ ਜਦ ਚੇਤਨ ਸੱਤਾ ਦੇ ਵਿੱਚ ਆਇਆ, ਮੁੜ ਕੇ ਫਿਰ ਸਾਡਾ ਸਰੀਰ ਜਿਹੜਾ ਸੀ ਪਹਿਲੇ ਹੀ ਹਾਲਤ ਵਿੱਚ ਆਇਆ। ਪਰ ਅਸੀਂ ਮਹਿਸੂਸ ਕੀਤਾ ਕਿ ਬਾਕੀ ਦਾ ਸਭ ਕੁਝ ਉਸੇ ਤਰ੍ਹਾਂ ਸੀਗਾ, ਪਰ ਜਿਹੜੀ ਉਹ ਸੁਗੰਧੀ ਸੀਗੀ ਉਹ ਅਜੇ ਵੀ ਕਹਿੰਦੇ ਸਾਨੂੰ ਜਿਹੜੀ ਸੀਗੀ ਉਹ ਮਹਿਕ ਅਜੇ ਵੀ ਸਾਡੇ ਅੰਦਰ ਜਿਉਂਦੀ ਤਿਉਂ ਬਰਕਰਾਰ ਰਹੀ ਆ। ਸੋ ਇਹ ਹੈ ਕਿਰਪਾ ਦਾ ਇੱਕ ਸਮਾਂ, ਜਿਸ ਟਾਈਮ ਮਨ ਦੀ ਅਵਸਥਾ ਜਿਹੜੀ ਆ ਕੁਛ ਐਸੀ ਹੋ ਜਾਂਦੀ ਆ, ਸਰੀਰ ਦੀ ਅਵਸਥਾ ਕੁਛ ਐਸੀ ਹੋ ਜਾਂਦੀ ਹੈ, ਸਮੇਂ ਦਾ ਕੁਛ ਗਿਆਨ ਹੀ ਨਹੀਂ ਹੁੰਦਾ। ਸੋ ਉਸ ਟਾਈਮ ਫਿਰ ਇਉਂ ਅਨੁਭਵ ਹੁੰਦਾ ਹੈਗਾ ਜਿਵੇਂ 2 ਸਾਲ ਦੀ ਮਿਹਨਤ ਦਾ ਕੋਈ ਮਹਾਤਮਾ ਸਾਡੇ ਸਿਰ ਦੇ ਉੱਤੇ ਜਿਹੜਾ ਹੈਗਾ ਉਹ ਪ੍ਰਗਟ ਹੋ ਕੇ ਹੱਥ ਰੱਖ ਕੇ ਆਪਣਾ ਪਿਆਰ ਭਰਿਆ ਸੰਦੇਸ਼ ਦੇ ਗਏ ਹੋਣ। ਸੋ ਇਸ ਤਰ੍ਹਾਂ ਇੱਕ ਮਹਾਤਮਾ ਉਹਨਾਂ ਨੇ ਆਪਣੇ ਜਿਹੜੇ ਸੀ ਉਹ ਤਜਰਬੇ
ਉਹ ਸੰਗਤ ਨਾਲ ਸਾਂਝੇ ਕੀਤੇ ਸੀ। ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਵਾਰ ਕਹਿੰਦੇ ਅਸੀਂ ਜਦੋਂ ਆਪਣੇ ਉਸ ਧਰਮ ਸਥਾਨ ਦੇ ਉੱਤੇ ਜਿਹੜੇ ਨਵੇਂ ਵਿਦਿਆਰਥੀ ਹੁੰਦੇ ਸੀ ਉਹਨਾਂ ਦੀਆਂ ਧਾਰਮਿਕ ਕਲਾਸਾਂ ਲੈ ਰਹੇ ਸੀ। ਕਹਿੰਦੇ ਉੱਥੇ ਇੱਕ ਮਹਾਤਮਾ ਰਹਿੰਦੇ ਹੁੰਦੇ ਸੀ ਤੇ ਉਹ ਮਹਾਤਮਾ ਨੇ ਕਈਆਂ ਦਿਨਾਂ ਤੋਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਦਾਨ ਕਰੂੰਗਾ, ਮੈਂ ਦਾਨ ਕਰੂੰਗਾ, ਮੈਂ ਦਾਨ ਕਰੂੰਗਾ। ਪਰ ਕਹਿੰਦੇ ਵੀ ਸਾਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਉਹ ਦਾਨ ਤਾਂ ਕਰਦੇ ਆ, ਲੇਕਿਨ ਉਹ ਕੀ ਦਾਨ ਕਰਨਗੇ ਕਹਿੰਦੇ ਇਹਦੇ ਬਾਰੇ ਸਾਨੂੰ ਕੋਈ ਇਲਮ ਨਹੀਂ ਸੀ, ਕੋਈ ਗਿਆਨ ਨਹੀਂ ਸੀ। ਕਹਿੰਦੇ ਉਸ ਤੋਂ ਬਾਅਦ ਇੱਕ ਕੋਈ ਜਿਹੜੇ ਉੱਥੇ ਦੇ ਸਾਧਕ ਸੀਗੇ ਉਹਨਾਂ ਨੇ ਮਹਾਤਮਾ ਨੂੰ ਪੁੱਛ ਲਿਆ ਕਿ ਤੁਸੀਂ ਕਈ ਦਿਨ ਹੋ ਗਏ ਕਿ ਮੈਂ ਦਾਨ ਕਰੂੰਗਾ, ਦਾਨ ਕਰੂੰਗਾ, ਅਤੇ ਐਸੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਦਾਨ ਕਰਨੀ ਹੈ? ਅਗਰ ਦਾਨ ਕਰਨੀ ਚਲੋ ਠੀਕ ਹੈ, ਮੈਨੂੰ ਦਾਨ ਕਰ ਦਿਓ। ਜਦੋਂ ਕਹਿੰਦੇ ਉਹ ਸਾਧਕ ਨੇ ਕਿਹਾ ਸੀ ਤਾਂ ਕਹਿੰਦੇ ਮਹਾਤਮਾ ਕਹਿਣ ਲੱਗੇ ਕਹਿੰਦੇ ਕਿ ਤੂੰ ਉਸ ਚੀਜ਼ ਦਾ ਅਧਿਕਾਰੀ ਨਹੀਂ ਆ, ਅਸੀਂ ਤਾਂ ਅਧਿਕਾਰੀ ਲੱਭਦੇ ਹਾਂ, ਜਿਹੜਾ ਅਧਿਕਾਰੀ ਹੋਊਗਾ ਉਹਨੂੰ ਅਸੀਂ ਆਪਣੀ ਚੀਜ਼ ਦਾਨ ਕਰਾਂਗੇ। ਫਿਰ ਕਹਿੰਦੇ ਉਹਨਾਂ ਨੇ ਸਾਧਕਾਂ ਨੇ ਕਹਿੰਦੇ ਫਿਰ ਜਿਹੜਾ ਸੀਗਾ ਸਾਡਾ ਨਾਮ ਲਿਆ ਅਤੇ ਕਹਿੰਦੇ ਵੀ ਹਾਂ ਉਹ ਅਧਿਕਾਰੀ ਹੈ। ਫਿਰ ਕਹਿੰਦੇ ਜਦੋਂ ਸਾਨੂੰ ਬੁਲਾਇਆ ਗਿਆ ਅਸੀਂ ਗਏ, ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਲ ਲੈ ਕੇ ਆਓ। ਕਹਿੰਦੇ ਅਸੀਂ ਜਲ ਲਿਆਂਦਾ, ਜਲ ਲਿਆ ਕੇ ਕਹਿੰਦੇ ਉਹਨਾਂ ਨੇ ਆਪਣਾ ਜਿਹੜਾ ਸੀਗਾ ਜਲ ਦਾ ਚੂਲਾ ਛੱਡ ਕੇ ਅਤੇ ਇਹ ਬਚਨ ਕਿਹਾ ਸੀਗਾ ਕਿ ਮੈਂ ਜਿੰਨੇ ਵੀ ਆਪਣੀ ਜੀਵਨ ਦਾ ਸਾਰਾ ਜਪ ਤਪ ਹੈ ਉਹ ਆਪ ਜੀ ਨੂੰ ਦਾਨ ਕਰਦਾ ਹਾਂ। ਜਦੋਂ ਕਹਿੰਦੇ ਕਹਿ ਕੇ ਉਹਨਾਂ ਨੇ ਜਦ ਪਾਣੀ ਦਾ ਛਿੱਟਾ ਜਿਹੜਾ ਸੀਗਾ ਸਾਡੇ 'ਤੇ ਮਾਰਿਆ, ਉਸ ਟਾਈਮ ਕਹਿੰਦੇ ਸਾਡੇ ਮਨ ਅਤੇ ਤਨ ਦੋਨਾਂ ਦੀ ਹਾਲਤ ਐਸੀ ਹੋ ਗਈ ਕਿ ਜਿਹਦੇ ਪਾਸੇ ਕੋਈ ਸ਼ਬਦ ਨਹੀਂ ਆਈ। ਉਹ ਕਹਿ ਲਓ ਕਿ ਜਿਵੇਂ ਸਰੀਰ ਅਤੇ ਮਨ ਅਤੇ ਤਨ ਬਿਲਕੁਲ ਬੁੱਤ ਬਣ ਗਏ ਹੋਣ। ਅਤੇ ਐਸੀ ਕਹਿੰਦੇ ਅਡੋਲਤਾ ਜਿਹੜੀ ਸੀ ਉਹ ਬਹੁਤ ਟਾਈਮ ਕਹਿੰਦੇ ਸਾਡੇ ਉੱਤੇ ਰਹੀ ਆ। ਪਰ ਇਸ ਤੋਂ ਬਾਅਦ ਕਹਿੰਦੇ ਸਾਡੇ ਅੰਦਰ ਜਿਹੜੀ ਪ੍ਰਸੰਨਤਾ ਸੀਗੀ, ਇੰਨੀ ਖੁਸ਼ੀ ਸੀਗੀ, ਉਹ ਸੰਭਾਲੀ ਨਹੀਂ ਸੀ ਗਈ। ਸੋ ਇਹ ਆ, ਅਗਰ ਕੋਈ ਮਹਾਂਪੁਰਖ ਕਿਸੇ ਨੂੰ ਆਪਣਾ ਜਪ ਤਪ ਦਾਨ ਕਰ ਦੇਵੇ ਜਾਣ ਲੱਗੇ ਸੰਸਾਰ ਤੋਂ, ਤਾਂ ਫਿਰ ਉਸ ਜਪ ਤਪ ਦਾ ਜਿਹੜਾ ਪ੍ਰਭਾਵ ਆ ਜਿਹੜਾ ਉਸ ਟਾਈਮ ਮਨ ਅਤੇ ਤਨ 'ਤੇ ਬਣਦਾ ਹੈਗਾ, ਉਹ ਵੀ ਇੱਕ ਅਕਹਿ ਹੁੰਦਾ ਹੈ। ਇਸੇ ਤਰ੍ਹਾਂ ਇੱਕ ਮਹਾਤਮਾ ਦੱਸਦੇ ਸੀਗੇ ਕਿ ਜਿਸ ਜਗ੍ਹਾ ਦੇ ਉੱਤੇ ਅਸੀਂ ਭਜਨ ਸਿਮਰਨ ਸਾਧਨਾ ਸਿੱਖਦੇ ਹੁੰਦੇ ਸੀ, ਉੱਥੇ ਜਿਹੜੇ ਮਹਾਤਮਾ ਹੁੰਦੇ ਸੀ ਉਹਨਾਂ ਦਾ ਜਿਹੜਾ ਪੂਜਾ ਦਾ ਕਮਰਾ ਹੁੰਦਾ ਸੀ ਉਹਦੇ ਵਿੱਚ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ, ਕਿਉਂਕਿ ਉਹ ਜ਼ਿਆਦਾ ਨਹੀਂ ਬਹੁਤ ਟਾਈਮ ਉਸ ਕਮਰੇ 'ਤੇ ਬੈਠ ਕੇ ਪੂਜਾ ਅਰਚਨਾ ਕਰਦੇ ਹੁੰਦੇ ਸੀ। ਉਸ ਤੋਂ ਬਾਅਦ ਕਹਿੰਦੇ ਕੁਛ ਟਾਈਮ ਜਦੋਂ ਅਸੀਂ ਉੱਥੇ ਗਏ ਤਾਂ ਸਾਡੀ ਉਮਰ ਉਹਨਾਂ ਟਾਈਮਾਂ ਦੇ ਵਿੱਚ ਬਿਲਕੁਲ ਬੱਚੇ ਦੀ ਸੀ, ਅਤੇ ਉਹਨਾਂ ਨੇ ਕਹਿੰਦੇ ਫਿਰ ਸਾਨੂੰ ਜਿਹੜਾ ਸੀਗਾ ਇਹ ਕਹਿਤਾ ਕਿ ਤੂੰ ਜਿੱਥੇ ਮੈਂ ਪੂਜਾ ਭਜਨ ਸਿਮਰਨ ਕਰਦਾ ਉਸ ਕਮਰੇ 'ਚ ਤੂੰ ਆ ਸਕਦਾ ਹੈ। ਕਹਿੰਦੇ ਵੀ ਜਦੋਂ ਅਸੀਂ ਉੱਥੇ ਜਾਣਾ ਸ਼ੁਰੂ ਕੀਤਾ 9-10 ਸਾਲ ਦੀ ਕਰੀਬ ਉਮਰ ਸੀ ਸਾਡੀ, ਅਸੀਂ ਉੱਥੇ ਜਾ ਕੇ ਬੈਠ ਜਾਣਾ। ਪਰ ਕਹਿੰਦੇ ਸਾਨੂੰ ਸਾਧਨਾ ਦਾ ਸਿਮਰਨ ਦਾ ਇੰਨਾ ਗਿਆਨ ਨਹੀਂ ਸੀ ਹੁੰਦਾ, ਅਤੇ ਮੇਰੇ ਕਹਿੰਦੇ ਮਨ ਵਿੱਚ ਇਹ ਹੁੰਦਾ ਸੀਗਾ ਕਿ ਮਹਾਤਮਾ ਘੰਟਿਆਂ ਬੱਧੀ ਆਪਣੇ ਇਸ ਪੂਜਾ ਦੇ ਕਮਰੇ 'ਚ ਬੈਠੇ ਰਹਿੰਦੇ ਆ ਅਤੇ ਇਹ ਬੈਠੇ ਬੈਠੇ ਰੱਬ ਦੇ ਨਾਲ ਗੱਲਾਂ ਕਰਦੇ ਆ। ਕਹਿੰਦੇ ਫਿਰ ਮੈਂ ਉਹਨਾਂ ਨੂੰ ਪੁੱਛ ਲਿਆ ਕਿ ਤੁਸੀਂ ਜਿਨ੍ਹਾਂ ਮਹਾਤਮਾ ਦੇ ਨਾਲ, ਜਿਨ੍ਹਾਂ ਪੁਰਖਾਂ ਦੇ ਨਾਲ, ਜਿਨ੍ਹਾਂ ਰੂਹਾਂ ਦੇ ਨਾਲ ਤੁਸੀਂ ਇਸ ਕਮਰੇ 'ਚ ਬੈਠੇ ਗੱਲਾਂ ਕਰਦੇ ਆ ਅਤੇ ਉਹ ਤੁਹਾਨੂੰ ਕੀ ਕਹਿੰਦੀਆਂ ਹੈ? ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਮਹਾਤਮਾ ਜਿਹੜੇ ਸੀ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਵੀ ਉਹ ਸਾਨੂੰ ਇਹ ਕਹਿੰਦੀਆਂ ਹੈਗੀਆਂ ਕਿ ਤੂੰ ਕੋਈ ਐਸਾ ਦੁਨੀਆ ਦੇ ਵਿੱਚ ਸ਼ਾਗਿਰਦ ਲੱਭ ਜਿਹੜਾ ਸ਼ਾਗਿਰਦ ਜਿਹੜਾ ਹੈਗਾ ਉਹ ਤੇਰੇ ਵਰਗਾ ਹੋਵੇ, ਤੇਰਾ ਜਿਹੜਾ ਸੁਪਨਾ ਹੈ, ਤੇਰਾ ਜਿਹੜਾ ਪ੍ਰਯੋਜਨ ਹੈ ਉਹ ਪੂਰੇ ਸੰਸਾਰ ਦੇ ਵਿੱਚ ਵੰਡ ਸਕੇ। ਇਸ ਕਰਕੇ ਮਹਾਤਮਾ ਕਹਿਣ ਲੱਗੇ ਕਿ ਅਸੀਂ ਤੈਨੂੰ ਚੁਣਿਆ ਹੈਗਾ। ਪਰ ਕਹਿੰਦੇ ਉਸ ਟਾਈਮ ਮੈਨੂੰ ਉਹਨਾਂ ਗੱਲਾਂ ਦੀ ਸਮਝ ਨਹੀਂ ਸੀ। ਪਰ ਕਹਿੰਦੇ ਜਿੱਦਣ ਫਿਰ ਉਹਨੇ ਜਿਹੜਾ ਸੀਗਾ ਇੱਕ ਦਿਨ ਸਾਨੂੰ ਬੁਲਾ ਕੇ ਕਹਿੰਦੇ ਜਿਹਦੇ ਬੈਠੇ ਆ ਪੂਜਾ ਦੇ ਵਿੱਚ, ਕਹਿੰਦੇ ਅਸੀਂ ਕੀਤਾ ਕਿ ਅਚਨਚੇਤ ਉਹਨਾਂ ਦੇ ਸਰੀਰ ਦੇ ਵਿੱਚੋਂ ਜਿਵੇਂ ਅਸਮਾਨੀ ਬਿਜਲੀ ਦੀ ਲਸ਼ਕ ਹਨ, ਇਸ ਤਰ੍ਹਾਂ ਕਹਿੰਦੇ ਲਸ਼ਕ ਨਿਕਲੀ ਅਤੇ ਉਸ ਲਸ਼ਕ ਨੇ ਪੂਰਾ ਜਿਹੜਾ ਕਮਰਾ ਸੀ ਕਹਿੰਦੇ ਚਾਨਣ ਕਰ ਦਿੱਤਾ। ਜਿਸ ਤੋਂ ਬਾਅਦ ਕਹਿੰਦੇ ਜਦੋਂ ਅਸੀਂ ਦੇਖੀ ਉਹਨਾਂ ਦੀ ਹਾਲਤ ਅਤੇ ਅਸੀਂ ਆਪ ਚਕਰਿਤ ਰਹਿ ਗਏ ਵੀ ਇਹਨਾਂ ਦੇ ਸਰੀਰ ਨੂੰ ਇਹ ਕੀ ਹੋਇਆ, ਇਹਨਾਂ ਦੇ ਸਰੀਰ ਦੇ ਵਿੱਚੋਂ ਲਾਈਟ ਬਿਜਲੀ ਰੋਸ਼ਨੀ ਕਿਵੇਂ ਨਿਕਲੀ। ਉਸ ਤੋਂ ਬਾਅਦ ਕਹਿੰਦੇ ਅਸੀਂ ਦੇਖਿਆ ਕਿ ਉਹਨਾਂ ਦਾ ਜਿਹੜਾ ਸਰੀਰ ਸੀਗਾ ਬਿਲਕੁਲ ਚਿਹਰਾ ਲਾਲ ਸੁਰਖ ਹੋ ਗਿਆ। ਐਸੀ ਉਹਨਾਂ ਦੇ ਅੰਦਰ ਜਿਹੜੀ ਸੀ ਨਾਮ ਸਿਮਰਨ ਦੀ ਰੰਗਤ ਚੜ੍ਹੀ ਆ। ਉਸ ਤੋਂ ਬਾਅਦ ਕਹਿੰਦੇ ਵੀ ਉਹਨਾਂ ਨੇ ਉਸੇ ਟਾਈਮ ਕਹਿੰਦੇ ਮੈਨੂੰ ਆਪਣੇ ਕੋਲ ਬੁਲਾ ਕੇ ਕਹਿੰਦੇ ਇਹ ਗੱਲ ਆਖੀ ਕਿ ਹੇ ਪਰਮਾਤਮਾ ਇਸ ਬੱਚੇ ਦੇ ਉੱਤੇ ਵੀ ਤੁਸੀਂ ਕਿਰਪਾ ਕਰੋ। ਕਹਿੰਦੇ ਇੰਨੀ ਕਹਿਣ ਦੀ ਢੇਰ ਸੀ ਅਤੇ ਮੈਨੂੰ ਕਹਿਣ ਲੱਗੇ ਕਿ ਤੂੰ ਇੱਥੇ ਚੌਂਕੜਾ ਮਾਰ ਕੇ ਬੈਠ ਜਾ। ਕਹਿੰਦੇ ਵੀ ਮੈਂ 10 ਸਾਲ ਦੀ ਉਮਰ ਸੀ ਮੇਰੀ, ਮੈਂ ਚੌਂਕੜਾ ਲਾ ਕੇ ਬੈਠਾ
ਜਦੋਂ ਕਹਿੰਦੇ ਉਹਨਾਂ ਨੇ ਕਿਰਪਾ ਦੀ ਗੱਲ ਕਹੀ, ਅਰਦਾਸ ਕੀਤੀ, ਉਸ ਤੋਂ ਬਾਅਦ ਫਿਰ ਮਹਾਤਮਾ ਦੱਸਦੇ ਸੀ ਕਿ ਜਦੋਂ ਮੈਂ ਬੈਠਾ ਸੀ ਮੈਨੂੰ ਸਮੇਂ ਦਾ ਕੁਛ ਪਤਾ ਨਹੀਂ ਲੱਗਾ। ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਕਿੱਥੇ ਬੈਠਾ ਕਿੱਥੇ ਨਹੀਂ ਬੈਠਾ। ਮੇਰੀ ਸੁਰਤ ਐਸੀ ਜਿਹੜੀ ਸੀਗੀ ਕਿਸੇ ਇਲਾਹੀ ਆਨੰਦ ਇਲਾਹੀ ਸਵਾਦ ਦੇ ਵਿੱਚ ਗਵਾਚ ਗਈ ਸੀ। ਲੇਕਿਨ ਉਸ ਤੋਂ ਬਾਅਦ ਕਹਿੰਦੇ ਫਿਰ ਉਹਨਾਂ ਨੇ ਮਹਾਤਮਾ ਨੇ ਕਹਿੰਦੇ ਇਹ ਗੱਲ ਕਹੀ ਆ ਕਿ ਤੇਰੀ ਜਿਹੜੀ ਕਿਰਪਾ ਦੀ ਬੇਨਤੀ ਸੀਗੀ ਉਹ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਨੇ ਸੁਣ ਲਈ ਆ। ਹੁਣ ਕਹਿੰਦੇ ਤੂੰ ਇਸ ਕਮਰੇ ਦੇ ਵਿੱਚ ਮੇਰੀ ਇਜਾਜ਼ਤ ਤੋਂ ਬਗੈਰ ਨਹੀਂ ਆਉਣਾ। ਹਾਂ, ਅਗਰ ਕਿਤੇ ਮੈਂ ਬੁਲਾਊਂਗਾ ਤਾਂ ਤੂੰ ਮੇਰੇ ਪੂਜਾ ਦੇ ਕਮਰੇ 'ਚ ਆਉਣਾ, ਅਬਲ ਰੋਜ਼ ਆਪਣੀ ਹੁਣ ਮਰਜ਼ੀ ਨਾਲ ਨਹੀਂ ਆਉਣਾ। ਇਸੇ ਤਰ੍ਹਾਂ ਇੱਕ ਮਹਾਤਮਾ ਜਿਹੜੇ ਸੀਗੇ ਕਹਿੰਦੇ ਵੀ ਉਹ ਇਹ ਵੀ ਆਪਣੇ ਜੀਵਨ ਦੇ ਵਿੱਚ ਦੱਸਦੇ ਸੀਗੇ ਕਿ ਕਈ ਵਾਰ ਜਦੋਂ ਪਰਮੇਸ਼ਰ ਕਿਰਪਾ ਕਰਦਾ ਹੈਗਾ ਉਹ ਕੋਈ ਨਾ ਕੋਈ ਵਿਧੀ ਬਣਾ ਦਿੰਦਾ, ਕੋਈ ਨਾ ਕੋਈ ਪ੍ਰੀਖਿਆ ਦਾ ਸਮਾਂ ਵੀ ਕਹਿੰਦੇ ਆ ਉਹ ਸਾਧਕ ਦੇ ਉੱਤੇ ਕਰ ਦਿੰਦਾ। ਇਹੋ ਜਿਹੀ ਘਟਨਾ ਕਹਿੰਦੇ ਸਾਡੇ ਨਾਲ ਹੋਈ ਸੀ। ਇੱਕ ਵਾਰ ਕਹਿੰਦੇ ਵੀ ਸਾਡੇ ਜਿਹੜੇ ਮਹਾਤਮਾ ਸੀਗੇ ਨਾ ਬਹੁਤ ਉੱਚ ਕੋਟੀ ਦੇ ਮਹਾਂਪੁਰਖ ਸੀਗੇ। ਕਹਿੰਦੇ ਉਹਨਾਂ ਨੇ ਸਾਨੂੰ ਇਹ ਆਖਿਆ ਕਿ ਸਵੇਰੇ ਬਹੁਤ ਵੱਡਾ ਪ੍ਰੋਗਰਾਮ ਗੁਰਪੁਰਬ ਦਾ ਹੈ, ਇਸ ਕਰਕੇ ਤੁਸੀਂ 11 ਵਜੇ ਆ ਜਾਣਾ ਅਤੇ ਸਾਰਾ ਜਿਹੜਾ ਹੈ ਨਾ ਪ੍ਰੋਗਰਾਮ ਦਾ ਸਾਂਭ ਸੰਭਾਲ ਹੈ ਜੋ ਕਰਨੀ ਹੈ ਤੁਸੀਂ ਕਰਨੀ ਹੈ। ਕਹਿੰਦੇ ਮੈਂ 7 ਵਚਨ ਆਖਿਆ, ਪਰ ਕਹਿੰਦੇ 7 ਵਚਨ ਕਹਿ ਕੇ ਤਾਂ ਮੈਂ ਪੂਰੇ ਜਦ 11 ਵਜੇ ਤੋਂ 5 ਮਿੰਟ ਪਹਿਲਾਂ ਮਹਾਂਪੁਰਖਾਂ ਦੇ ਪਾਸ ਪਹੁੰਚ ਗਿਆ। ਅਤੇ ਕਹਿੰਦੇ ਉਹਨਾਂ ਮਹਾਂਪੁਰਖਾਂ ਨੇ ਮੈਨੂੰ ਦੇਖਦੇ ਸਾਰੀ ਆਪਣੇ ਜਿਹੜੇ ਤੀਵਰ ਵਿਚਾਰ ਸੀਗੇ ਕਹਿੰਦੇ ਬੜੇ ਰੋਸ ਦੇ ਵਿੱਚ ਕਹਿੰਦੇ ਉਹਨਾਂ ਨੇ ਇਹ ਕਹੇ, ਕਹਿੰਦੇ ਭਾਈ ਤੂੰ ਅੱਜ ਇਸ ਜਗ੍ਹਾ ਆਇਆ ਹੈਗਾ, ਮੈਨੂੰ ਲੱਗਦਾ ਹੈਗਾ ਕਿ ਤੂੰ ਇਹ ਪ੍ਰੋਗਰਾਮ ਕਰਨ ਦੇ ਯੋਗ ਨਹੀਂ ਆ। ਤੇਰੇ ਵਰਗੇ ਜਿਹੜੇ ਆਦਮੀ ਹੈਗੇ ਆ ਕਹਿੰਦੇ ਵੀ ਇਸ ਪ੍ਰੋਗਰਾਮ ਨੂੰ ਸਿਰੇ ਨਹੀਂ ਚਾੜ ਸਕਦੇ। ਇਹ ਤੱਕ ਜਿਹੜੇ ਸੀਗੇ ਨਾ ਬੜੇ ਰੋਸਪੂਰਵ ਜਿਹੜੇ ਬਚਨ ਸੀ ਕਹਿੰਦੇ ਮਹਾਂਪੁਰਖਾਂ ਨੇ ਮੈਨੂੰ ਬੋਲੇ ਅਤੇ ਮੈਨੂੰ ਇੱਥੋਂ ਤੱਕ ਵੀ ਆਖ ਦਿੱਤਾ ਕਿ ਮੈਨੂੰ ਤੇਰੀ ਜ਼ਰੂਰਤ ਵੀ ਨਹੀਂ ਆ। ਕਹਿੰਦੇ ਅਸੀਂ ਹੈਰਾਨ ਹੋ ਗਏ ਕਿ ਸਾਡੇ ਕੋਲ ਐਸੀ ਕਿਹੜੀ ਗਲਤੀ ਹੋ ਗਈ ਕਿ ਅੱਜ ਮਹਾਂਪੁਰਖਾਂ ਨੇ ਬੜੇ ਭਾਵੁਕ ਹੋ ਗਏ ਸਾਨੂੰ ਅੱਜ ਇੰਨੀਆਂ ਝਟਕਾਂ ਮਾਰੀਆਂ ਹੈ। ਖੈਰ ਕਹਿੰਦੇ ਅਸੀਂ ਕੁਛ ਨਹੀਂ ਬੋਲੇ। ਉਹ ਜਿਹੜੇ ਮਹਾਤਮਾ ਸੀ ਕਹਿੰਦੇ ਆਪ ਹੀ ਜਿਸ ਪ੍ਰੋਗਰਾਮ 'ਚ ਸੰਗਤਾਂ ਦਾ ਹੜ੍ਹ ਆਇਆ ਹੋਇਆ ਸੀ ਉਹਦੇ ਵਿੱਚ ਚਲੇ ਗਏ ਅਤੇ ਅਸੀਂ ਬਾਹਰ ਖੜ੍ਹੇ ਦੇਖਦੇ ਰਹੇ। ਅਤੇ ਅਖੀਰ ਕਹਿੰਦੇ ਉਹਨਾਂ ਮੇਰੇ ਵੱਲ ਦੇਖ ਕੇ ਥੋੜ੍ਹਾ ਜਿਹਾ ਮੁਸਕਰਾਏ ਅਤੇ ਕਹਿੰਦੇ ਮੈਨੂੰ ਕਹਿਣ ਲੱਗੇ ਤੂੰ ਬਾਹਰ ਹੀ ਖੜ੍ਹਾ ਦੇਖਦਾ, ਅੰਦਰ ਆ ਕੇ ਸਾਰਾ ਪ੍ਰੋਗਰਾਮ ਸੰਭਾਲ। ਕਹਿੰਦੇ ਕਹਿ ਕੇ ਅਤੇ ਮੇਰੇ ਮਨ 'ਚ ਆਵੇ ਮਹਾਂਪੁਰਖਾਂ ਨੇ ਪਹਿਲਾਂ ਤਾਂ ਮੈਨੂੰ ਬਹੁਤ ਝਿੜਕਿਆ ਅੱਜ, ਲੇਕਿਨ ਹੁਣ ਮੈਨੂੰ ਇਹ ਇਸ਼ਾਰਾ ਕਰਦਾ ਵੀ ਤੂੰ ਆਪ ਪ੍ਰੋਗਰਾਮ ਸੰਭਾਲ। ਕਹਿੰਦੇ ਇਹ ਕਹਿ ਕੇ ਮਹਾਂਪੁਰਖ ਬਾਹਰ ਚਲੇ ਗਏ। ਪਰ ਜਦ ਕਹਿੰਦੇ ਉਸ ਪ੍ਰੋਗਰਾਮ ਦੀ ਸਮਾਪਤੀ ਹੋਈ ਉਸ ਤੋਂ ਬਾਅਦ ਮੈਂ ਕਿਸੇ ਆਪਣੇ ਮਿੱਤਰ ਨਾਲ ਮਹਾਂਪੁਰਖਾਂ ਦੇ ਪ੍ਰਤੀ ਗੱਲ ਕੀਤੀ ਕਿ ਅੱਜ ਮਹਾਂਪੁਰਖਾਂ ਨੇ ਮੇਰੇ 'ਤੇ ਨਾਰਾਜ਼ਗੀ ਬਹੁਤ ਜ਼ਾਹਰ ਕੀਤੀ, ਐਸੀ ਕਿਹੜੀ ਗੱਲ ਹੋਈ। ਫਿਰ ਕਹਿੰਦੇ ਮੇਰੇ ਮਿੱਤਰ ਨੇ ਮੈਨੂੰ ਇਹ ਦੱਸਿਆ ਹੈਗਾ ਕਿ ਤੈਨੂੰ ਭਾਵੇਂ ਮਹਾਂਪੁਰਖਾਂ ਨੇ 11 ਵਜੇ ਆਉਣ ਨੂੰ ਕਿਹਾ ਸੀ, ਪਰ ਤੈਨੂੰ ਸਵੇਰੇ 4 ਵਜੇ ਜਾਣਾ ਚਾਹੀਦਾ ਸੀ, ਕਿਉਂਕਿ ਖਾਸ ਪ੍ਰੋਗਰਾਮ ਹੈ। ਜਦੋਂ ਇਹੋ ਜਿਹੇ ਖਾਸ ਪ੍ਰੋਗਰਾਮ ਹੁੰਦੇ ਆ ਉਸ ਟਾਈਮ ਜਦੋਂ ਅਸੀਂ ਪਹਿਲਾਂ ਸਵੇਰੇ ਅੰਮ੍ਰਿਤ ਵੇਲੇ ਜਾਵਾਂਗੇ ਤਾਂ ਕਈ ਕੰਮ ਐਸੇ ਹੁੰਦੇ ਆ ਜਿਹੜੇ ਸਾਨੂੰ ਖੁਦ ਕਰਨੇ ਪੈਂਦੇ ਆ। ਕਹਿੰਦੇ ਫਿਰ ਮੈਂ ਇਸ ਗੱਲ ਦੀ ਗਲਤੀ ਮੰਨਣ ਵਾਸਤੇ ਜਦ ਮਹਾਂਪੁਰਖਾਂ ਦੇ ਸਾਹਮਣੇ ਹੋਇਆ ਸੀਗਾ ਅਤੇ ਉਹਨਾਂ ਨੂੰ ਆਖਿਆ ਸੀਗਾ ਕਿ ਤੁਸੀਂ ਭਾਵੇਂ ਮੈਨੂੰ 11 ਵਜੇ ਕਿਹਾ ਸੀਗਾ, ਪਰ ਮੈਨੂੰ ਸਵੇਰੇ 4 ਵਜੇ ਆਪ ਜੀ ਦੇ ਪ੍ਰਤੀ ਹਾਜ਼ਰ ਹੋ ਜਾਣਾ ਚਾਹੀਦਾ ਸੀ। ਕਹਿੰਦੇ ਜਦ ਅਸੀਂ ਇੰਨੀ ਗੱਲ ਕਹੀ ਸੀ ਤਾਂ ਕਹਿੰਦੇ ਉਹ ਮਹਾਂਪੁਰਖ ਮੈਨੂੰ ਕਹਿਣ ਲੱਗੇ, ਕਹਿੰਦੇ ਨਹੀਂ ਬੱਚਾ ਇਹਦੇ ਵਿੱਚ ਤੇਰੀ ਕੋਈ ਗਲਤੀ ਨਹੀਂ ਆ। ਅਸਲ ਦੇ ਵਿੱਚ ਕੀ ਆ, ਕਹਿੰਦੇ ਕਿ ਮੈਂ ਪਹਿਲਾਂ ਹੀ ਮਨ ਬਣਾ ਲਿਆ ਸੀਗਾ ਬੇਸ਼ੱਕ ਤੂੰ ਸਵੇਰੇ 4 ਵਜੇ ਆਉਂਦਾ, ਬੇਸ਼ੱਕ ਤੂੰ 11 ਵਜੇ ਆਉਂਦਾ, ਪਰ ਮੈਂ ਅੱਜ ਤੈਨੂੰ ਝਟਕਣਾ ਹੀ ਝਟਕਣਾ ਸੀਗਾ। ਅੱਜ ਤੈਨੂੰ ਝਟਕੇ ਪਰਖਣਾ ਸੀਗਾ ਕਿ ਤੇਰੇ ਅੰਦਰ ਕਿਤਨੀ ਸਹਿਜ ਆ, ਤੇਰੇ ਅੰਦਰ ਕਿਤਨਾ ਟਿਕਾ ਹੈਗਾ, ਕੀ ਤੇਰੇ ਅੰਦਰ ਕੋਈ ਕ੍ਰੋਧ ਤਾਂ ਨਹੀਂ ਗਾ, ਮੇਰੀ ਗੱਲ ਦਾ ਕੋਈ ਗੁੱਸਾ ਤਾਂ ਨਹੀਂ ਤੂੰ ਕਰਦਾ ਹੈਗਾ। ਪਰ ਕਹਿੰਦੇ ਵੀ ਅਸੀਂ ਤੈਨੂੰ ਬਹੁਤ ਝਟਕਿਆ, ਬਹੁਤ ਤਰ੍ਹਾਂ ਦੇ ਤੈਨੂੰ ਬਹਾਨੇ ਬਣਾ ਕੇ ਇਸ ਜਗ੍ਹਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਤੂੰ ਬਿਲਕੁਲ ਸ਼ਾਂਤ ਰਿਹਾ, ਤੈਂ ਕੋਈ ਜਵਾਬ ਨਹੀਂ ਦਿੱਤਾ। ਇਸ ਕਰਕੇ ਹੁਣ ਬੱਚਾ ਤੂੰ ਇਸ ਇਮਤਿਹਾਨ ਵਿੱਚੋਂ ਪਾਸ ਹੋ ਗਿਆ ਹੈ ਅਤੇ ਜਾ ਅੱਜ ਤੋਂ ਬਾਅਦ ਮੈਂ ਜਿੰਨਾ ਵੀ ਆਪਣਾ ਜਪ ਤਪ ਆ ਜੋ ਵੀ ਹੈ ਸਾਰਾ ਮੈਂ ਤੈਨੂੰ ਸੌਂਪ ਦਿੱਤਾ ਹੈ, ਬਸ ਅੱਜ ਤੋਂ ਬਾਅਦ ਤੂੰ ਮੌਜ ਕਰ, ਸਦਾ ਖੁਸ਼ ਰਹਿ। ਕਹਿੰਦੇ ਜਦੋਂ ਉਹ ਮਹਾਂਪੁਰਖਾਂ ਨੇ ਮੈਨੂੰ ਇਹ ਅਸੀਸ ਦਿੱਤੀ ਸੀ ਤਾਂ ਫਿਰ ਉਹ ਮਹਾਤਮਾ ਕਹਿਣ ਲੱਗੇ ਕਿ ਮੇਰੀ ਮਨ ਦੀ ਹਾਲਤ ਜਿਹੜੀ ਪਹਿਲਾਂ ਉਹਨਾਂ ਦੀਆਂ ਝਿੜਕਾਂ ਖਾ ਕੇ ਇੰਨੀ ਬੇਚੈਨ ਹੋ ਗਈ ਸੀ ਅਤੇ ਹੁਣ ਇੱਕ ਐਸੇ ਸਹਿਜ, ਇੱਕ ਐਸੇ ਖੇੜੇ, ਇੱਕ ਐਸੀ ਅਲਾਹੀ ਮਸਤੀ ਵਿੱਚ ਹੋ ਗਈ ਸੀਗੀ ਕਿ ਮੈਂ ਉਸ ਅਕਾਲ ਪੁਰਖ ਦਾ ਸ਼ੁਕਰੀਆ ਕੀਤਾ ਕਿ ਤੈਂ ਮੇਰੇ 'ਚ ਪਰਚਾ ਤਾਂ ਪਾਇਆ ਹੈ, ਪਰ ਇਸ ਪਰਚੇ ਦੇ ਵਿੱਚੋਂ ਤੈਂ ਮੈਨੂੰ ਪਾਸ ਵੀ ਕਰਾਤਾ ਹੈ। ਸੋ ਇਹ ਹੈ ਕਿਰਪਾ ਦ੍ਰਿਸ਼ਟੀ ਦੀਆਂ ਨਿਸ਼ਾਨੀਆਂ। ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਣੀ ਜਿਹੜੇ ਸੀਗੇ ਉਹ ਦੱਸਦੇ ਸੀਗੇ ਇਹ ਇੱਕ ਵਾਰ ਕਹਿੰਦੇ ਅਸੀਂ ਬੜੀ ਸਿਮਰਨ ਸਾਧਨਾ ਕਰਨ ਦੇ ਬਾਵਜੂਦ ਵੀ ਜਦ ਉਸ ਅਕਾਲ ਪੁਰਖ ਨਿਰੰਕਾਰ ਦੇ ਦਰਸ਼ਨਾਂ ਤੋਂ ਵਾਂਝੇ ਰਹੇ ਹਾਂ, ਪਰ ਕਹਿੰਦੇ ਵੀ ਉਹਦੇ ਵਿੱਚ ਕੀ ਸੀਗਾ ਕਿ ਅਸੀਂ ਇੱਕ ਦਿਨ ਹੈ ਨਾ ਮਨ ਦੇ ਵਿੱਚ ਬੜਾ ਭਾਰੀ ਸੰਕਲਪ ਧਾਰਨ ਕਰ ਲਿਆ, ਬੜਾ ਦ੍ਰਿੜ ਇਰਾਦਾ ਕਰ ਲਿਆ
ਕਿ ਅੱਜ ਜਿਉਂ ਜੋ ਵੀ ਹੋਵੇ, ਚਾਹੇ ਮੇਰਾ ਸਰੀਰ ਵੀ ਲੇਖੇ ਲੱਗ ਜਾਵੇ, ਪਰ ਅੱਜ ਮੈਂ ਅਕਾਲ ਪੁਰਖ ਦੇ ਦਰਸ਼ਨ ਕਰਨੇ ਹੀ ਕਰਨੇ ਆ। ਜਦੋਂ ਕਹਿੰਦੇ ਇਹ ਜਿਹੜਾ ਸੰਕਲਪ ਸੀਗਾ ਅੰਦਰੋਂ ਆਪ ਮਹਾਰੇ ਮੇਰੇ ਉੱਠਿਆ ਤੇ ਕਹਿੰਦੇ ਫਿਰ ਭਾਈ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਕਿ ਮੈਂ ਉਸ ਟਾਈਮ ਜਦ ਮਾਲਾ ਦੇ ਮਣਕੇ ਫੇਰਨੇ ਸ਼ੁਰੂ ਕੀਤੇ, ਫੇਰਦੇ ਕਹਿੰਦੇ ਵੀ ਇੰਨੇ ਜਿਹੜੀ ਸੀ ਉਹ ਮਾਲਾ ਜ਼ਿੰਦਗੀ 'ਚ ਫੇਰੀ ਆ ਕਿ ਮੈਂ ਲਗਾਤਾਰ ਜਿਹੜੇ ਸੀਗੇ ਉਹ ਵਾਹਿਗੁਰੂ 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 ਸ਼ਬਦ ਦਾ ਜਿਹੜਾ ਅਭਿਆਸ ਕਰਦਾ ਰਿਹਾ। ਅਤੇ ਇਸ ਮਾਲਾ ਫੇਰਨ ਕਰਕੇ ਮੇਰੀਆਂ ਜਿਹੜੀਆਂ ਹੱਥਾਂ ਦੀਆਂ ਉਂਗਲੀਆਂ ਸੀਗੀਆਂ ਉਹਨਾਂ ਉੱਤੇ ਸੋਜਾ ਆ ਗਿਆ ਸੀਗਾ। ਜਦੋਂ ਕਹਿੰਦੇ ਹੱਥਾਂ ਦੀਆਂ ਉਂਗਲੀਆਂ ਵੀ ਸੁੱਜ ਗਈਆਂ ਅਤੇ ਮਾਲਾ ਚੱਲਣੋਂ ਵੀ ਹਟ ਗਈ, ਮੇਰਾ ਜਿਹੜੇ ਹੱਥ ਸੀਗੇ ਉਹ ਮਾਲਾ ਨੂੰ ਚਲਾਉਣ ਦੇ ਵਿੱਚ ਪੂਰੀ ਤਰ੍ਹਾਂ ਥੱਕ ਗਏ ਸੀ। ਅਤੇ ਉਹ ਕਹਿੰਦੇ ਫਿਰ ਵੀ ਮੈਨੂੰ ਉਸ ਨਿਰੰਕਾਰ ਪਰਮੇਸ਼ਰ ਦੇ ਦਰਸ਼ਨ ਨਹੀਂ ਸੀ ਹੋਏ। ਵਾਹਿਗੁਰੂ ਮੇਰੇ ਤੋਂ ਓਨਾ ਹੀ ਦੂਰ ਸੀਗਾ ਜਿੰਨਾ ਕਹਿੰਦੇ ਵੀ ਮੇਰੇ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਮੈਂ ਹਜੇ ਅਧਿਆਤਕ ਮਾਰਗ ਨਹੀਂ ਸੀ ਅਪਣਾਇਆ, ਓਨਾ ਦੂਰ। ਉਸ ਤੋਂ ਬਾਅਦ ਫਿਰ ਮਹਾਂਪੁਰਖ ਕਹਿੰਦੇ ਸੀਗੇ ਕਿ ਜਦੋਂ ਮੈਂ ਮਾਲਾ ਫੇਰਦਾ ਪੂਰੀ ਤਰ੍ਹਾਂ ਥੱਕ ਗਿਆ, ਥੱਕਣ ਤੋਂ ਬਾਅਦ ਕਹਿੰਦੇ ਇਉਂ ਕਹਿ ਲਓ ਕਿ ਜਿਵੇਂ ਇੱਕ ਬੇਹੋਸ਼ੀ ਦੀ ਹਾਲਤ ਮੇਰੇ 'ਚ ਨੀਮ ਬੇਹੋਸ਼ੀ ਦੀ ਹਾਲਤ ਆ ਗਈ। ਉਸ ਟਾਈਮ ਕੀ ਹੋਇਆ ਕਿ ਮੇਰੀਆਂ ਜਿਹੜੀਆਂ ਉਂਗਲਾਂ ਸੀਗੀਆਂ ਜਿਹਦੇ ਨਾਲ ਮੈਂ ਮਾਲਾ ਫੇਰਦਾ ਸੀਗਾ, ਉਹਨਾਂ ਉਂਗਲਾਂ ਦੇ ਵਿੱਚੋਂ ਬੜੇ ਆਨੰਦਮਈ ਝਰਨਾਟਾਂ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਆਨੰਦਮਈ ਝਰਨਾਟਾਂ ਆਉਣੀਆਂ ਸ਼ੁਰੂ ਹੋ ਗਈਆਂ, ਉਂਗਲਾਂ ਦੇ ਵਿੱਚੋਂ ਐਸੇ ਆਨੰਦ ਦੀਆਂ ਲਹਿਰਾਂ ਉੱਠੀਆਂ ਕਿ ਜਿੰਨੇ ਸਾਰੇ ਸਰੀਰ ਨੂੰ ਪੂਰਾ ਆਨੰਦ ਦੇ ਵਿੱਚ ਕਹਿੰਦੇ ਮੈਨੂੰ ਲੈ ਲਿਆ ਸੀਗਾ। ਜਦੋਂ ਕਹਿੰਦੇ ਸਰੀਰ ਜਿਹੜਾ ਸੀ ਮੇਰਾ ਪੂਰਾ ਆਨੰਦ ਦੇ ਨਾਲ ਭਰ ਗਿਆ, ਉਸ ਲਹਿਰਾਂ ਰੂਪੀ ਆਨੰਦ ਦੇ ਵਿੱਚ ਸਰੀਰ ਇਉਂ ਕਹਿ ਲਓ ਜਿਵੇਂ ਗਵਾਚ ਗਿਆ ਹੁੰਦਾ। ਪਰ ਅਚਨਚੇਤ ਮੇਰੇ ਹੀ ਅੰਦਰ ਇੱਕ ਐਸਾ ਧਮਾਕਾ ਹੋਇਆ ਕਿ ਉਸ ਤੋਂ ਬਾਅਦ ਜਿਹੜੀ ਮੇਰੀ ਸੁਰਤ ਸੀਗੀ ਉਹ ਯਕਦਮ ਮਾਇਆ ਵਿੱਚੋਂ ਨਿਕਲ ਕੇ ਚੌਥੇ ਪਦ ਜਿੱਥੇ ਅਕਾਲ ਪੁਰਖ ਵਸਦਾ ਹੈ ਉਹਦੇ ਵਿੱਚ ਚੱਲ ਗਈ। ਅਤੇ ਜਦ ਮੈਂ ਦੇਖਿਆ ਤਾਂ ਕੀ ਮੈਂ ਦੇਖਦਾ ਕਿ ਹਰੇਕ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਇਹ ਜਿਹੜਾ ਸੰਸਾਰ ਹੈ ਪੂਰੀ ਤਰ੍ਹਾਂ ਉਸ ਪ੍ਰਕਾਸ਼ ਦੇ ਵਿੱਚ ਗੁੰਮ ਹੋ ਗਿਆ ਹੈਗਾ, ਲੈ ਹੋ ਗਿਆ ਹੈ। ਕੇਵਲ ਅਤੇ ਕੇਵਲ ਪ੍ਰਕਾਸ਼, ਕੰਧਾਂ ਵੀ ਜਿਹੜੀਆਂ ਮੈਨੂੰ ਪ੍ਰਕਾਸ਼ ਦੀਆਂ ਨਜ਼ਰ ਆਈਆਂ, ਆਪਣਾ ਆਪ ਵੀ ਪ੍ਰਕਾਸ਼ ਦਾ ਨਜ਼ਰ ਆਇਆ, ਜਿੱਧਰ ਕਿੱਧਰ ਵੀ ਦੇਖਣਾ ਸਿਰਫ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਇਆ। ਸੋ ਬਾਬਾ ਰਣਧੀਰ ਸਿੰਘ ਕਹਿੰਦੇ ਸੀ ਕਿ ਇਹੋ ਜਿਹੜੀ ਹਾਲਤ ਮੇਰੀ ਜ਼ਿੰਦਗੀ ਦੇ ਵਿੱਚ ਉਸ ਟਾਈਮ ਆਈ ਅਤੇ ਮੈਂ ਇਹ ਪ੍ਰਕਾਸ਼ ਦਾ ਆਸ਼ਚਰਜ ਨਜ਼ਾਰਾ ਦੇਖ ਕੇ ਦੰਗ ਰਹਿ ਗਿਆ। ਪਰ ਮੇਰੇ ਮਨ ਦੇ ਵਿੱਚ ਇਹ ਸੋਚ ਆਈ ਆ ਵੀ ਸ਼ਾਇਦ ਮੈਂ ਸਰੀਰ ਕਰਕੇ ਮਰ ਚੁੱਕਾ ਹੈਗਾ, ਜਿਹੜੀ ਐਸੀ ਪ੍ਰਕਾਸ਼ ਰੂਪ ਅਵਸਥਾ ਧਰਤੀ ਬ੍ਰਹਿਮੰਡ ਦੇ ਵਿੱਚ ਮੈਂ ਦਾਖਲ ਹੋ ਗਿਆ ਹੈ। ਪਰ ਅਖੀਰ ਕਹਿੰਦੇ ਕਰਦੇ ਬਾਅਦ ਦੇ ਵਿੱਚ ਫਿਰ ਮੈਨੂੰ ਪਤਾ ਲੱਗਾ ਕਿ ਭਾਈ ਹਰੇਕ ਚੀਜ਼ ਪ੍ਰਕਾਸ਼ ਦੀ ਬਣੀ ਹੈ ਅਤੇ ਉਹ ਜਿਹੜਾ ਆਨੰਦ ਰੂਪੀ ਪ੍ਰਕਾਸ਼ ਠਾਠਾਂ ਮਾਰਦਾ ਹੈ, ਉਹ ਪ੍ਰਕਾਸ਼ ਜਿੱਥੇ ਮੇਰੇ ਅੰਦਰ ਵਾ ਉੱਥੇ ਮੇਰੇ ਬਾਹਰ ਵੀ ਆ। ਪਰ ਮੇਰੇ ਜਿਹੜੇ ਮਨ ਦਾ ਭੁਲੇਖਾ ਕਰਕੇ ਪਰਮੇਸ਼ਰ ਮੇਰੇ ਤੋਂ ਇਸ ਕਰਕੇ ਦੂਰ ਸੀਗਾ ਕਿਉਂਕਿ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਵਾਹਿਗੁਰੂ ਮੈਨੂੰ ਬਾਹਰ ਆ ਕੇ ਦਰਸ਼ਨ ਦੇਗਾ, ਬਾਹਰ ਰੂਪੀ ਦਰਸ਼ਨ ਦੇਗਾ। ਪਰ ਕਹਿੰਦੇ ਵੀ ਜਦੋਂ ਇਹ ਜਿਹੜਾ ਸੀਗਾ ਪ੍ਰਕਾਸ਼ ਹੀ ਪ੍ਰਕਾਸ਼ ਅੰਦਰ ਬਾਹਰ ਹੋਇਆ ਅਤੇ ਫਿਰ ਮੈਨੂੰ ਪਤਾ ਲੱਗਾ ਕਿ ਵਾਹਿਗੁਰੂ ਬਾਹਰ ਨਹੀਂ, ਉਹ ਤਾਂ ਤੇਰੇ ਅੰਦਰ ਵੀ ਹੈ। ਬਾਹਰ ਭੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ। ਫਿਰ ਕਹਿੰਦੇ ਸਾਨੂੰ ਸਮਝ ਆਈ ਸੀ ਜਦੋਂ ਇਹ ਜਿਹੜੀ ਸੀਗੀ ਦਰਸ਼ਨ ਦੀ ਜੋ ਕਿਰਿਆ ਸੀਗੀ ਸਾਡੇ ਸਰੀਰ ਦੇ ਉੱਤੇ ਆਈ ਆ। ਸੋ ਇਸ ਤਰ੍ਹਾਂ ਜਿੰਨੇ ਵੀ ਜਿਹੜੇ ਮਹਾਂਪੁਰਖ ਆ ਨਾ ਉਹਨਾਂ ਦਾ ਆਪੋ ਆਪਣਾ ਜਿਹੜਾ ਹੈਗਾ ਉਹ ਤਜਰਬਾ ਹੈ। ਜਿਵੇਂ ਸੰਤ ਬਾਬਾ ਤੇਜਾ ਸਿੰਘ ਜੀ ਹੋਏ MA ਮਸਤੂਆਣੇ, ਜਿਹੜੇ ਸੰਤ ਬਾਬਾ ਤੇਜਾ ਸਿੰਘ MA ਸੀਗੇ, ਕਹਿੰਦੇ ਸੀਗੇ ਕਿ ਅਸੀਂ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਹੋਣਾ ਦੇ ਜੀਵਨ ਦੇ ਵਿੱਚ ਉਹਨਾਂ ਦੀ ਬਹੁਤ ਸੇਵਾ ਕੀਤੀ। ਬਹੁਤ ਐਸੇ ਜਿਹੜੇ ਪ੍ਰਚਾਰ ਦੇ ਦੌਰੇ ਸੀਗੇ, ਬਾਹਰ ਪੱਛਮ ਦੇਸ਼ਾਂ ਵਿੱਚ ਗਏ, ਉੱਥੇ ਸਿੱਖੀ ਦਾ ਪ੍ਰਚਾਰ ਕੀਤਾ, ਗੋਰਿਆਂ 'ਚ ਪ੍ਰਚਾਰ ਕੀਤਾ, ਇੰਗਲਿਸ਼ 'ਚ ਪ੍ਰਚਾਰ ਕੀਤਾ, ਹਰੇਕ ਨੂੰ ਸਿੱਖੀ ਦੇ ਨਾਲ ਜੋੜਿਆ ਹੈ। ਪਰ ਇੱਕ ਵਾਰ ਕਹਿੰਦੇ ਐਸੀ ਘਟਨਾ ਹੋਈ ਸੀ ਕਿ ਜਦੋਂ ਸੰਤ ਬਾਬਾ ਅਤਰ ਸਿੰਘ ਹੋਣਾ ਦੇ ਦੀਵਾਨ ਦੇ ਵਿੱਚ ਬਾਬਾ ਤੇਜਾ ਸਿੰਘ ਜੀ ਕਹਿੰਦੇ ਸੀ ਕਿ ਅਸੀਂ ਕੀਰਤਨ ਕਰ ਰਹੇ ਸੀ ਤਾਂ ਕੀਰਤਨ ਦੇ ਦੌਰਾਨ ਅਚਨਚੇਤ ਜਿਹੜੀ ਸੁਰਤ ਸੀ ਸਾਡੀ ਉਹ ਬਾਹਰ ਮੁਖੀ ਤੋਂ ਅੰਤਰਮੁਖੀ ਯਕਦਮ ਖਿੱਚੀ ਗਈ। ਜੋ ਹੀ ਸਾਡੀ ਸੁਰਤ ਅੰਤਰਮੁਖੀ ਹੋਈ ਤਾਂ ਬਸ ਅਸੀਂ ਕੀ ਦੇਖਾ ਕਿ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੈ, ਲੇਕਿਨ ਬਾਹਰ ਦੀ ਕੋਈ ਸੁੱਧ ਬੁੱਧ ਨਹੀਂ ਰਹੀ। ਜਦ ਕਹਿੰਦੇ ਕੋਈ ਸੁੱਧ ਬੁੱਧ ਨਹੀਂ ਰਹੀ ਤਾਂ ਉਸ ਪ੍ਰਕਾਸ਼ ਦੇ ਵਿੱਚ ਆਨੰਦ ਦੀਆਂ ਲਹਿਰਾਂ ਠਾਠਾਂ ਪਾ ਰਹੀਆਂ ਅਤੇ ਅਸੀਂ ਉਸ ਆਨੰਦ ਦੇ ਵਿੱਚ ਪੂਰੀ ਤਰ੍ਹਾਂ ਗਵਾਚ ਗਏ ਸੀ। ਪਰ ਇਸ ਤੋਂ ਬਾਅਦ ਜਦੋਂ ਸਾਡੀ ਸੁਰਤ ਬਾਹਰ ਆਈ ਤਾਂ ਫਿਰ ਸਾਨੂੰ ਪਤਾ ਲੱਗਾ ਕਿ ਭਾਈ ਅਸੀਂ ਤਾਂ ਦੀਵਾਨ ਦੇ ਵਿੱਚ ਕੀਰਤਨ ਕਰ ਰਹੇ ਹਾਂ। ਪਰ ਇਸ ਕੀਰਤਨ ਦੇ ਸ਼ਬਦ ਦਾ ਜਦ ਭੋਗ ਪਿਆ ਸੀ ਫਿਰ ਕਹਿੰਦੇ ਬਾਬਾ ਅਤਰ ਸਿੰਘ ਹੋਣਾ ਨੇ ਕਹਿੰਦੇ ਸਾਨੂੰ ਆਪਣੀ ਗਲਬਕੜੀ 'ਚ ਲੈ ਕੇ ਇਹ ਗੱਲ ਕਹੀ ਸੀ ਕਿ ਹੁਣ ਤੇਜਾ ਸਿੰਘ ਆਨੰਦ ਵਿੱਚ ਹੈ। ਸੋ ਕਹਿਣ ਤੋਂ ਭਾਵ ਹੈ ਇਹੋ ਜਿਹੇ ਜਿਹੜੇ ਅਭਿਆਸ ਹੈ ਜਦ ਸਿਮਰਨ ਸਾਧਨਾ ਦੇ ਆਖਰੀ ਸਟੇਜ 'ਤੇ ਆਉਂਦੇ ਆ, ਜਦੋਂ ਕਿਰਪਾ ਹੁੰਦੀ ਹੈ ਅਤੇ ਹਰੇਕ ਸਾਧਕ ਦੇ ਉੱਤੇ ਜਿਹੜੀਆਂ ਵੱਖੋ ਵੱਖਰੀਆਂ ਅਵਸਥਾ ਬਣ ਜਾਂਦੀਆਂ। ਸੋ ਜਿਹੜੀਆਂ ਵੱਖੋ ਵੱਖਰੀਆਂ ਅਵਸਥਾ ਬਣਦੀਆਂ ਉਹਨਾਂ ਦੇ ਆਪਣੇ ਜਿਹੜੇ ਤਜਰਬੇ ਆ
ਉਹ ਰਲਦੇ ਮਿਲਦੇ ਵੀ ਆ ਅਤੇ ਇਸ ਤਜਰਬੇ ਜਿਹੜੇ ਆ ਇੱਕ ਦੂਸਰੇ ਤੋਂ ਥੋੜ੍ਹੇ ਵੱਖਰੇਵਾਂਪਨ ਵੀ ਰੱਖਦੇ ਆ। ਸੋ ਕਹਿਣ ਤੋਂ ਭਾਵ ਇਹ ਹੀ ਹੈ ਕਿ ਵਾਹਿਗੁਰੂ ਜੀ ਦੇ ਇੱਕ ਨਹੀਂ ਅਨੇਕਾਂ ਰੰਗ ਆ। ਸੋ ਇਹ ਕਿਰਪਾ ਦੇ ਅਨੇਕਾਂ ਰੰਗਾਂ ਦੇ ਵਿੱਚ ਉਹ ਸ਼ਕਤੀ ਜਿਹੜੀ ਖੇਡਦੀ ਆ, ਆਪਣੇ ਬੱਚਿਆਂ ਨੂੰ, ਆਪਣੇ ਪ੍ਰੇਮੀਆਂ ਨੂੰ, ਸਾਧਕਾਂ ਨੂੰ, ਭਗਤਾਂ ਨੂੰ ਲਾਡ ਲਟਾਉਂਦੀ ਆ ਅਤੇ ਲਾਡ ਲਟਾ ਕੇ ਫਿਰ ਆਪਣੇ ਦੇਸ਼ ਦੇ ਦਰਸ਼ਨ ਕਰਾਉਂਦੀ ਆ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾਤਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।